ਜਿਹੜੀ ਅੱਜ ਮਹਾਰਾਜ ਨੇ ਕਿਹਾ, ਕੱਲ ਮੈਂ ਬੇਨਤੀ ਕੀਤੀ, ਮਹਾਰਾਜ ਕਹਿੰਦੇ ਕੰਨ ਦੇ ਕੇ ਸੁਣੋ। ਇਹ ਜੋ ਬੋਲਿਆ ਜਾਂਦਾ ਹੈ, ਜੋ ਹੁਣ ਆਪਾਂ ਕਥਾ ਕਰ ਰਹੇ ਹਾਂ, ਕਿ ਪਾਰ ਬ੍ਰਹਮ ਪਰਮੇਸ਼ਵਰ ਉਹਨੂੰ ਸੁਣ ਨਹੀਂ ਰਿਹਾ। ਭਾਈ ਸਾਹਿਬ ਕੀਰਤਨ ਕਰਕੇ ਗਏ ਆ, ਕਿ ਉਹ ਸੁਣਦਾ ਨਹੀਂ ਪਿਆ? ਸੱਚਮੁੱਚ ਸਭ ਸੁਣਦਾ ਹੈ। ਮੈਂ ਕੱਲ ਪ੍ਰਮਾਣਿਕ ਦਿੱਤਾ ਸੀ, ਇਹ ਮਨ ਮਤ ਜਾਣਿਆ ਕਰ ਦੂਰ ਹੈ, ਸਦਾ ਵੇਖ ਹਜ਼ੂਰ। ਸਣ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਯਾਦ ਰੱਖਿਓ, ਵੇਖਣ ਤੋਂ ਤੇ ਸੁਣ ਤੋਂ ਅੱਜ ਬੜੀ ਦੁਨੀਆ ਡਰਦੀ ਜੇ। ਸਾਰਾ ਡਰ ਜਿਹੜਾ ਨਾ ਅੱਜ ਵੇਖਣ ਤੇ ਸੁਣਨ ਦਾ, ਯਾਦ ਰੱਖੋ। ਆ ਜੋ ਅਸੀਂ ਫੋਨ ਵੀ ਜੇਬ 'ਚ ਪਾਈ ਬੈਠੇ ਆ, ਇਹ ਇਹੀ ਡਰ ਹੈ ਨਾ, ਵੇਖ ਨਾ ਲੈ ਕੋਈ। ਸੁਣਿਆ ਵੀ ਜਾਂਦਾ, ਵੇਖਿਆ ਵੀ ਜਾਂਦਾ। ਪਰ ਮੈਂ ਆਪਣੀ ਵੀ ਗੱਲ ਕਰਾਂਗਾ, ਅਸੀਂ ਬਾਹਰ ਮੁਖੀ ਕੈਮਰੇ ਤੋਂ ਸੱਚੀ ਮੁੱਚੀ ਸਾਰੇ ਤਰੀਨੇ ਪਏ, ਡਰਨੇ ਪਏ ਆ। ਤੇ ਮਹਾਰਾਜ ਕਹਿੰਦੇ ਨੇ ਉਹਦਾ ਕੈਮਰਾ ਇੰਨਾ ਵੱਡਾ ਹੈ, ਉਹ ਤਾਂ ਤੇਰੇ ਅੰਦਰ ਦੇ ਫੁਰਨੇ ਉੱਠਣ ਤੋਂ ਪਹਿਲਾਂ ਵੀ ਜਾਣਦਾ ਪਿਆ ਹੈ, ਉਹ ਸੁਣਦਾ ਪਿਆ ਹੈ। ਇਹ ਮਨ ਮਤ ਜਾਣਿਆ ਕਰ ਦੂਰ ਹੈ, ਸਦਾ ਵੇਖਾ ਦੂਰ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਤੂੰ ਨਾ ਵੀ ਬੋਲੇ, ਇੱਥੋਂ ਤੱਕ ਕਿ ਤੇਰੇ ਅੰਦਰ ਉੱਠਦੇ ਹੋਏ ਜਿਹੜੀ ਖਿੱਚ ਹੈ, ਫੁਰਨੇ ਨੇ, ਤੇਰੇ ਬੋਲਣ ਤੋਂ ਬਿਨਾ ਵੀ ਉਹ ਸਭ ਜਾਣਦਾ ਹੈ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ। ਇੱਕ ਮਾਂ, ਮੈਂ ਪਿਛਲੇ ਦਿਨ ਵੀ ਅਰਜ਼ ਕਰਕੇ ਆਇਆ, ਸ਼ਾਇਦ ਮੰਜੀ ਸਾਹਿਬ ਸੀ, ਵੀ ਬੱਚਾ ਮਹੀਨੇ ਡੇਢ ਦਾ ਬੱਚਾ ਜੀ, ਪੰਗੂੜੇ 'ਚ ਪਾਇਆ ਜਾਂ ਅੰਦਰ ਮੰਜੇ ਤੇ ਪਾਇਆ, ਆਪ ਕੰਮ ਕਰਦੀ ਪਈ। ਈਵਨ ਕਿ ਉੱਥੇ ਜਿਹੜੀਆਂ ਕੰਮ ਖੇਤਾਂ 'ਚ ਬੀਬੀਆਂ ਕਰਦੀਆਂ ਦਿਹਾੜੀ, ਉਹਨਾਂ ਨੇ ਰੁੱਖ ਦੇ ਨਾਲ ਚਾਦਰ ਬੰਨ ਕੇ ਝੋਲੀ 'ਚ ਬੱਚਾ ਪਾਇਆ। ਉਹ ਕਣਕ ਵੜਦੀ, ਛੱਡ ਕੇ ਆ ਜਾਂਦੀ ਦਾਤਰੀ ਰੱਖ ਕੇ। ਤੇ ਜੇ ਉਹਨੂੰ ਬਾਕੀ ਸਾਰੇ ਪੁੱਛਣ ਤੂੰ ਛੱਡ ਕਿਉਂ ਦਿੱਤਾ, ਉਹ ਕਹਿੰਦੀ ਬੱਚੇ ਨੂੰ ਭੁੱਖ ਲੱਗ ਗਈ। ਬੱਚਾ ਰੋਇਆ ਨਹੀਂ, ਝੋਲੀ 'ਚ ਹੈ ਜਿਹੜੀ ਟੰਗੀ ਰੁੱਖ ਨਾਲ। ਪਰ ਉਹ ਜੇ ਪੁੱਛਣ ਵੀ ਰੋਇਆ ਨਹੀਂ, ਤੈਨੂੰ ਕਿਵੇਂ ਪਤਾ ਬੱਚੇ ਨੂੰ ਭੁੱਖ ਲੱਗ ਗਈ? ਉਹ ਕਹਿੰਦੀ ਸਿਰ ਮੈਨੂੰ ਹੀ ਪਤਾ ਲੱਗ ਸਕਦਾ ਹੈ, ਸੁੱਤੇ ਨੂੰ ਭੁੱਖ ਲੱਗੇਗੀ, ਮੇਰੇ ਸੀਨੇ ਵਿੱਚੋਂ ਦੁੱਧ ਆਪਣੇ ਆਪ ਹੀ ਸਿਮਣ ਲੱਗ ਪੈਂਦਾ। ਕਿ ਉਹ ਬੱਚਾ ਬੋਲਦਾ ਜੀ, ਮਾਂ ਵਾ ਕਹਿ ਕੇ ਆਵਾਜ਼ ਮਾਰਦਾ। ਮੈਂ ਕਹਿੰਦਾ ਸਤਿਗੁਰੂ ਗੁਰੂ ਰਾਮਦਾਸ, ਤੇਰੇ ਚਰਨਾਂ ਤੋਂ ਕੁਰਬਾਨ ਜਾਈਏ, ਤੁਸੀਂ ਇੰਨੀ ਕਿਰਪਾ ਕਰਦੇ ਹੋ। ਕਹਿੰਦੇ ਹੋ ਸਿੱਖਾਂ, ਜਿਵੇਂ ਝੋਲੀ 'ਚ ਪਿਆ ਬੱਚਾ ਨਾ ਵੀ ਰੋਵੇ, ਉਹਦੀਆਂ ਆਂਦਰਾਂ ਨੂੰ ਭੁੱਖ ਲੱਗੇ ਤੇ ਮਾਂ ਦਾ ਸੀਨਾ ਛਲਕ ਪੈਂਦਾ ਹੈ। ਸਿੱਖ ਨਾ ਵੀ ਬੋਲੇ, ਉਹਦੇ ਅੰਦਰ ਨੂੰ ਧੂ ਪਵੇ ਤੇ ਗੁਰੂ ਆਪਣੇ ਆਪ ਹੀ ਜਾਣ ਜਾਂਦਾ ਹੈ। ਮੈਂ ਤਾਂ ਬੇਨਤੀ ਕੀਤੀ, ਉਹ ਸੁਣਦਾ ਹੈ, ਉਹ ਵੇਖਦਾ ਹੈ। ਆਓ ਥੋੜਾ ਜਿਹਾ ਅਸੀਂ ਬਾਣੀ 'ਚੋਂ ਕੁਝ ਪ੍ਰਮਾਣ ਲਾਂਗੇ, ਹੋਰ ਭਰੋਸਾ ਹੋਵੇਗਾ ਕਿ ਰੱਬ ਜੀ ਬੋਲਦੇ ਨੇ। ਮਹਾਰਾਜ ਨੇ ਇੱਥੇ ਕਹਿੰਦੇ ਵੀ ਕੰਨ ਦੇਖ ਕੇ ਸੁਣ ਮੇਰੀ ਬੇਨਤੀ। ਤੇ ਕੱਲ ਮੈਂ ਇੱਕ ਬੇਨਤੀ ਕੀਤੀ, ਮਹਾਰਾਜ ਗੁਰੂ ਰਾਮਦਾਸ ਦਾ ਬਚਨ ਹੈ, ਹਉ ਢਾਡੀ ਖਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਢਾਡੀ ਦਾ ਲਫ਼ਜ਼ੀ ਅਰਥ ਹੁੰਦਾ ਸਿਫਤ ਕਰਨ ਲੱਗਾ ਵਾਲਾ। ਕਹਿੰਦੇ ਨੇ ਮੈਂ ਪਰਮਾਤਮਾ ਦੇ ਦਰ ਦਾ ਢਾਡੀ ਖਾਂ ਤੇ ਪਰਮੇਸ਼ਵਰ ਦੇ ਘਰ ਵਿੱਚ ਆਇਆ। ਮੈਂ ਦਰਵਾਜ਼ੇ ਤੇ ਖਲੋ ਕੇ ਪੁਕਾਰ ਕੀਤੀ ਤੇ ਪੁਕਾਰ ਪਿਆਰਿਓ ਉੱਥੇ ਸ਼ਬਦ ਰਾਹੀਂ ਪਹੁੰਚਦੀ ਹੈ। ਜਾਂ ਅੰਦਰੋਂ ਸ਼ਬਦ ਖਤਮ ਹੋ ਜਾਏ, ਅੰਦਰ ਆਤਮਾ ਕੂਕੇ। ਜਿੰਨੇ ਆਪ ਜੀ ਸ਼ਬਦ ਪੜ੍ਹਦੇ ਹੋ, ਗੁਰਮੁਖੋ ਨਿਤਨੇਮ ਆਪਾਂ ਕਰਨੇ ਆ। ਇਹ ਗੱਲ ਚੇਤੇ ਰੱਖਿਓ, ਸਾਰੀਆਂ ਚਿੱਠੀਆਂ ਨੇ ਜਿਹੜੀਆਂ ਮੇਰੇ ਪ੍ਰੀਤਮ ਦੇ ਦੇਸ਼ ਵਿੱਚ ਜਾਂਦੀਆਂ। ਮੈਂ ਕਈ ਵਾਰੀ ਕਹਿੰਦਾ, ਸ਼ਬਦ ਤਾਂ ਇਸ ਤਰ੍ਹਾਂ ਜੀ ਸਮਝਣ ਲਈ ਜਿਵੇਂ ਦੋ ਹੱਥ ਬੰਦੇ ਦੇ ਨਾ ਜੀ, ਇੱਕ ਖੱਬਾ ਇੱਕ ਸੱਜਾ। ਇਹ ਸ਼ਬਦ ਇੱਕ ਪਾਸੇ ਨਿਰੰਕਾਰ ਨਾਲ ਜੁੜਿਆ ਹੈ, ਦੂਜੇ ਪਾਸੇ ਸੰਸਾਰ ਨਾਲ ਜੁੜਿਆ ਹੈ। ਇਹ ਕਾਰਨ ਕਿ ਸੰਸਾਰੀ ਬੰਦਾ ਜਦੋਂ ਸ਼ਬਦ ਨਾਲ ਜੁੜਦਾ ਹੈ ਤੇ ਸ਼ਬਦ ਨੂੰ ਕਰਤਾਰੀ ਬਣਾ ਦਿੰਦਾ ਹੈ, ਉਹਨੂੰ ਪਰਮਾਤਮਾ ਤੱਕ ਲਿਜਾਂਦਾ ਹੈ। ਇਹ ਵਾਹਿਗੁਰੂ ਸ਼ਬਦ ਐਵੇਂ ਨਿਰਜਿੰਦ ਨਹੀਂ, ਇਹ ਜਦੋਂ ਤੁਸੀਂ ਪੁਕਾਰਦੇ ਹੋ ਸੁਣਦਾ ਹੈ। ਬਾਣੀ 'ਚ ਮਹਾਰਾਜ ਨੇ ਕਿਹਾ, ਮੈਂ ਪੁਕਾਰ ਕੀਤੀ ਤੇ ਵਾਹਿਗੁਰੂ ਨੇ ਸੁਣ ਲਈ। ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਇਹਦਾ ਮਤਲਬ ਸੁਣੀ ਗਈ, ਕਿਸੇ ਦੇ ਕੰਨ ਨੂੰ ਸੁਣ ਰਿਹਾ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦ ਕੈ। ਕਹਿੰਦੇ ਸੁਣ ਤੋਂ ਬਾਅਦ ਆਵਾਜ਼ ਮਾਰ ਕੇ ਗੁਰੂ ਰਾਮਦਾਸ ਕਹਿੰਦੇ ਮੈਨੂੰ ਪੁੱਛਦੇ ਨੇ, ਦੱਸ ਕਿਵੇਂ ਆਏ ਹੋ? ਇਹਦਾ ਮਤਲਬ ਕਿਸੇ ਦੀ ਸੁਣੀ ਜਾਂਦੀ ਪਈ ਹੈ। ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰ ਤੂੰ ਆਇਆ। ਤੇ ਮਹਾਰਾਜ ਕਹਿੰਦੇ ਸੀ ਦੇਖੋ ਗੱਲ ਕੀ, ਨੇ ਦੇਵੋ ਦਾਨ ਦਿਆਲ ਪ੍ਰਭ ਖਰ ਨਾਮ ਤੇ ਆਇਆ। ਮੈਂ ਤਾਂ ਬਸ ਇੱਕੋ ਹੀ ਮੰਗਣ ਆਇਆ, ਮੇਰੀ ਝੋਲੀ 'ਚ ਆਪਣਾ ਨਾਮ ਪਾ ਦਿਓ। ਇਸ ਤੋਂ ਅਗਲੀ ਬੇਨਤੀ ਗੁਰੂ ਗ੍ਰੰਥ ਸਾਹਿਬ 'ਚ ਵੈਸੇ ਤਾਂ ਸਾਰਿਆਂ ਦੀ ਬਾਣੀ, ਪਰ ਭਗਤ ਨਾਮਦੇਵ ਸਾਹਿਬ ਨੂੰ ਜਦੋਂ ਆਪਾਂ ਪੜ੍ਹਨੇ, ਤੁਸੀਂ ਭਗਤ ਜੀ ਦੀ ਜਦੋਂ ਰਚਨਾ ਪੜ੍ਹੋਗੇ ਨਾ, ਉਹ ਤਾਂ ਜਿਵੇਂ ਅਸੀਂ ਕਹਿੰਦੇ
ਹੱਥ ਉੱਤੇ ਸਰੋਂ ਜਮਾਉਣ ਵਾਲੀ ਗੱਲ, ਉਹ ਤਾਂ ਸਿੱਧੀਆਂ ਗੱਲਾਂ ਰੱਬ ਨਾਲ। ਜਿਵੇਂ ਅਸੀਂ ਇੱਕ ਸ਼ਬਦ ਦੇ ਅਰਥ ਕੀਤੇ ਸਨ, ਪਿੰਦੀ ਉਬਕਲੇ ਸੰਸਾਰਾ, ਸੁਣਿਆ ਜਾਂਦਾ। ਮੈਂ ਇਸ ਲਫ਼ਜ਼ ਤੇ ਬੋਲ ਰਿਹਾ ਕਿ ਜੋ ਅਸੀਂ ਬੋਲਨੇ ਆ, ਮੇਰਾ ਅੰਦਰ ਨਹੀਂ ਓਨੀ ਭਾਵਨਾ ਨਾਲ, ਪਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਵੀ ਭਾਵਨਾ ਵਾਲੀ ਦੀ ਸੁਣੀ ਜਾਂਦੀ ਹੈ। ਹਜ਼ੂਰ ਦਾ ਬਚਨ ਹੈ, ਪਿੰਦੀ ਉਬਕਲੇ ਸੰਸਾਰਾ, ਧਨਾਸਰੀ ਰਾਗ ਦਾ ਸ਼ਬਦ। ਪਿੰਦੀ ਦਾ ਅਰਥ ਹੈ ਜੀ ਖੂਹ ਦੀਆਂ ਟਿੰਡਾਂ। ਤੇ ਪਤਾ ਹੋਣਾ, ਚਲੋ ਅਜੇ ਤਾਂ ਇੱਥੇ ਤੁਹਾਡੇ ਵਿਦਿਆਰਥੀ ਆ ਰਹੇ ਆ, ਅਜੇ ਜਨਰੇਸ਼ਨ ਚੱਲੇਗੀ ਕੱਢੇਗੀ ਕੋਈ 2 ਪੀੜ੍ਹੀਆਂ, ਪਰ ਆਉਣ ਵਾਲੇ ਸਮੇਂ 'ਚ ਮੈਂ ਬੇਨਤੀ ਥਾਂ ਥਾਂ ਤੇ ਕਰਨਾ ਪਿਆ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਨਾ, ਉਹ ਪੰਜਾਬ ਦੀਆਂ ਉਦਾਹਰਨਾਂ ਵੀ ਸਾਨੂੰ ਸਮਝ ਕੋਈ ਨਹੀਂ ਪੈਣੀ। ਇੱਥੇ ਦੇਖੋ, ਪਿੰਦੀ ਦਾ ਲਫ਼ਜ਼ੀ ਅਰਥ ਹੈ ਖੂਹ ਦੀ ਟਿੰਡ। ਟਿੰਡਾਂ ਵਾਲਾ ਜਿਹੜਾ ਖੂਹ ਹੁੰਦਾ ਸੀ, ਮਾਲ ਕਹਿੰਦੇ ਸਨ ਨਾ ਉਹਨੂੰ, ਉਹ ਗਿਰਦਾ ਸੀ ਤੇ ਉਹ ਪਾਣੀ ਭਰ ਕੇ ਟਿੰਡ ਲਿਆਉਂਦੀ ਸੀ, ਬਾਹਰ ਖਾਲੀ ਕਰਨੀ, ਫਿਰ ਪਾਣੀ ਦੀ ਚਲੀ ਜਾਣੀ। ਉਂਝ ਗੁਰੂ ਸਾਹਿਬ ਨੇ ਟਿੰਡਾਂ ਦੇ ਗਿੜਨ ਨੂੰ ਜਨਮ ਮਰਨ ਨਾਲ ਵੀ ਤੁਲਨਾ ਦਿੱਤੀ। ਜੈਸੇ ਹਰਟ ਕੀ ਮਾਲਾ ਟਿੰਡ ਲੱਗਦਾ, ਮਹਾਰਾਜ ਨੇ ਕਿਹਾ। ਇੱਥੇ ਮਹਾਰਾਜ ਕਹਿੰਦੇ ਨੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਟਕਦੇ ਭਟਕਦੇ ਤੇਰੇ ਦਰ ਤੇ ਆ ਗਏ। ਸੁਣਿਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੇਰੇ ਦਰਵਾਜ਼ੇ ਤੇ ਆਏ। ਅੱਗੋਂ ਆਵਾਜ਼ ਆਉਂਦੀ ਹੈ, ਤੂੰ ਕੁਨ ਰੇ। ਇਹਦਾ ਮਤਲਬ ਕਿਸੇ ਨੇ ਕਿਹਾ ਤੁਮ ਚੇ ਦੁਆਰਾ, ਸੰਬੋਧ ਕੀ ਪਤਾ ਹੈ, ਤੇਰੇ ਦਰ ਤੇ ਆ ਗਿਆ। ਜਿਹਦਾ ਬੂਹਾ ਖੜਕਾਇਆ, ਅੱਗੋਂ ਆਵਾਜ਼ ਆਈ, ਤੂੰ ਕੁਨ ਰੇ, ਤੂੰ ਕੌਣ ਹੈ। ਤੇ ਅੱਗੋਂ ਫਿਰ ਜਿਹੜਾ ਬੂਹੇ ਤੇ ਖਲੋਤਾ ਕਹਿੰਦਾ, ਮੈਂ ਜੀ ਨਾਮਾ, ਮੈਂ ਨਾਮਦੇਵ ਖਾਂ, ਖੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਇੱਕ ਹੋਰ ਸੁਣਿਓ ਬੇਨਤੀ, ਇੱਕ ਸ਼ਬਦ ਹੋਰ ਹੈ। ਮੈਂ ਨਾਮਦੇਵ ਜੀ ਦਾ ਤਾਂ ਜ਼ਿਕਰ ਕਰ ਦਿੱਤਾ ਨਾ, ਇਹ ਕਿਹਾ ਜਾਂਦਾ ਵੀ ਉਹਨਾਂ ਪ੍ਰਤੱਖ ਦੀਦਾਰ ਕੀਤੇ, ਸੱਚੀ ਮੁੱਚੀ ਹੈ। ਉਹ ਚ ਇੱਕ ਸ਼ਬਦ ਜਿਹੜਾ, ਸੁਲਤਾਨ ਪੁੱਛੇ ਸੁਣਬੇ ਨਾਮਾ, ਦੇਖੋ ਰਾਮ ਤੁਮਾਰੇ ਕੰਮ। ਮੈਂ ਪਰਸੋਂ ਵੀ ਕਥਾ ਚ ਕਿਹਾ ਸੀ ਕਿ ਪਰਮੇਸ਼ਵਰ ਦੀ ਖੇਡ ਵਾਪਰਦੀ ਹੈ। ਉਸ ਵਿੱਚ ਇੱਕ ਬਚਨ ਆਉਂਦਾ, 7 ਘੜੀ ਜਦ ਬੀਤੀ ਸੁਣੀ, ਤਸੀਹੇ ਉੱਤੇ ਦਿੱਤੇ ਜਾ ਰਹੇ ਨੇ। ਅਜੂ ਨਾ ਆਇਓ ਤਰਭਵਨ ਧਣੀ, ਪਾਖੰਤਨ ਬਾਜ ਬਜਾਇਲਾ, ਗਰੁੜ ਚੜੇ ਗੋਬਿੰਦ ਆਇਲਾ। ਉੱਥੇ ਵਿੱਚ ਇੱਕ ਬਚਨ ਕਿਹਾ ਗਿਆ ਹੈ, ਕਹੇ ਤਾਂ ਧਰਨ ਅਕੋਡੀ ਕਰੂੰ। ਸੁਣਿਓ ਗੁਰਮੁਖੋ, ਮੇਰੀ ਬੇਨਤੀ ਸੁਣੋ, ਤੁਸੀਂ ਸਿਰਫ ਉਹੀ ਤੋਕ ਰਹਿੰਦੇ ਹੋ ਜਿਹੜੀ ਅਰਥ ਚੱਲਦੇ ਪਏ। ਇਹ ਅਰਥ ਕੀ ਨੇ? ਸੁਣੋ, ਕਹੇ ਤਾਂ ਧਰਨ ਅਕੋਡੀ ਕਰੂੰ। ਸਾਰੇ ਟੀਕਾਕਾਰ ਕਹਿੰਦੇ ਆ ਕਿ ਜਦੋਂ ਨਾਮਦੇਵ ਨੂੰ ਤਸੀਹੇ ਦਿੱਤੇ ਗਏ, ਪ੍ਰਤੱਖ ਰੱਬ ਨੇ ਕਿਹਾ, ਨਾਮਦੇਵ ਜਿਸ ਧਰਤੀ ਤੇ ਤੇਰੇ ਤੇ ਜ਼ੁਲਮ ਹੁੰਦਾ, ਮੈਂ ਧਰਤੀ ਚੁੱਕ ਕੇ ਟੇਢੀ ਕਰ ਦਿਆਂ। ਕਹੇ ਤਾਂ ਲੇਕਰ ਉੱਪਰ ਧਰੂੰ, ਇਸ ਜ਼ਮੀਨ ਨੂੰ ਟੰਗ ਦੇ ਅਸਮਾਨ ਵਿੱਚ। ਕਹੇ ਤਾਂ ਮੂਈ ਗਊ ਦੇਉ ਜੀ ਆਏ, ਸਭ ਕੁਝ ਦੇਖੈ ਪਤੀ ਆਏ। ਉਸ ਵਿੱਚ ਇਹ ਸਪਸ਼ਟ ਹੈ ਕਿ ਪਰਮਾਤਮਾ ਆਪਣੇ ਭਗਤਾਂ ਦੀ ਸੁਣਦਾ ਹੈ। ਇੱਥੋਂ ਤੱਕ ਕਿ ਇੱਕ ਥਾਂ ਤੇ ਮਹਾਰਾਜ ਦਾ ਸ਼ਬਦ ਪੜ੍ਹਨੇ ਆਇਆ, ਤੇ ਵਾਹਿਗੁਰੂ ਜੀ ਤੁਹਾਡੇ ਕੋਲ ਇੱਥੇ ਟਾਈਮ ਹੈ, ਮੈਂ ਉਦੋਂ ਵੀ ਕਿਹਾ ਸਹਿਜ ਪਾਠ ਸਾਰੇ ਕਰਿਆ ਕਰੀਏ, ਭਾਵੇਂ ਕੋਈ ਗਿਆਨੀ, ਗ੍ਰੰਥੀ, ਰਾਗੀ, ਭਾਈ, ਪ੍ਰਬੰਧਕ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਆਤਮਾ ਦੇ ਉਧਾਰ ਵਾਸਤੇ ਹੈ, ਕੱਲਾ ਸਿੱਖਾਂ ਲਈ ਨਹੀਂ। ਜਿਹੜਾ ਵੀ ਮਾਨਵ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਪੜ੍ਹੇਗਾ, ਸੱਚੇ ਵੀ ਗੁਰੂ ਗ੍ਰੰਥ ਸਾਹਿਬ ਦਾ ਭਲਾ ਜ਼ਰੂਰ ਕਰੇਗਾ। ਹਜ਼ੂਰ ਦਾ ਇੱਕ ਬਚਨ ਹੁੰਦਾ ਹੈ ਭਗਤ ਨਾਮਦੇਵ ਜੀ ਬਾਰੇ, ਕਿ ਜਦੋਂ ਭਗਤ ਸਾਹਿਬ ਤੋਂ ਵਾਹਿਗੁਰੂ ਵੇਖ ਕੇ ਹੱਸਦੇ ਨੇ, ਉਹ ਸ਼ਬਦ ਹੈ, ਏਕ ਭਗਤ ਮੇਰੇ ਹਿਰਦੈ ਬਸੈ। ਉੱਥੇ ਭਗਤ ਦੇ ਤੱਤੇ ਨੂੰ ਸਿਰਫ ਔਂਕੜ ਲੱਗੀ। ਉੱਥੇ ਭਗਤ ਦਾ ਅਰਥ ਇੱਕ ਭਗਤ ਨਾਮਦੇਵ। ਕਹਿੰਦੇ ਨੇ ਪਰਮਾਤਮਾ ਬੋਲ ਕੇ ਕਹਿੰਦਾ, ਦੁਨੀਆ ਦੇ ਲੋਗੋ, ਸੰਸਾਰ ਕਹਿੰਦਾ ਕਿ ਭਗਤਾਂ ਦੇ ਹਿਰਦੇ ਵਿੱਚ ਰੱਬ ਵਸਦਾ ਹੈ। ਪਰਮਾਤਮਾ ਕਹਿੰਦਾ ਮੇਰੇ ਹਿਰਦੇ ਵਿੱਚ ਭਗਤ ਵਸਦਾ ਹੈ। ਇੱਕ ਭਗਤ ਮੇਰੇ ਹਿਰਦੈ ਬਸੈ, ਨਾਮੇ ਦੇਖ ਨਾਰਾਇਣ ਹਸੈ। ਮੇਰੀ ਬੇਨਤੀ ਹੈ ਭਾਈ, ਉਸ ਦੇ ਦਰ ਤੇ ਅਰਦਾਸ ਸੁਣੀ ਜਾਂਦੀ ਹੈ। ਪਹਿਲੀ ਗੱਲ ਗੁਰਦੇਵ ਨੇ ਕਹੀ, ਵਾਹਿਗੁਰੂ ਜੀ ਮੈਂ ਇੱਕ ਬੇਨਤੀ ਕਰਨਾ ਹੈ, ਯਕ ਅਰਜ਼ ਗੁਪਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ। ਇਹ ਕਰਤਾਰ, ਮੈਂ ਇੱਕ ਬੇਨਤੀ ਆਖਣ ਆਇਆ, ਬੇਨਤੀ ਕੀਤੀ ਹੈ, ਤੁਸੀਂ ਕੰਨ ਦੇ ਕੇ ਸੁਣੋ। ਤੇ ਕੱਲ ਮੈਂ ਕਿਹਾ ਸੀ ਕਿ ਅਰਦਾਸ ਦਾ ਲਫ਼ਜ਼ੀ ਅਰਥ ਕੱਲਾ ਮੰਗਣਾ ਹੀ ਨਹੀਂ, ਹਾਲਾਂਕਿ ਅਸੀਂ ਅਰਦਾਸ ਸਿਰਫ ਲਫ਼ਜ਼ ਮੰਗਣ ਨਾਲ ਪੱਕਾ ਕਰ ਦਿੱਤਾ। ਅਰਦਾਸ ਸਿਫਤ ਦੇ ਰੂਪ ਵਿੱਚ ਵੀ ਹੁੰਦੀ ਹੈ। ਮਹਾਰਾਜ ਨੇ ਇੱਥੇ ਪਹਿਲੀ ਤੁਕ ਚ ਕਿਹਾ, ਮੇਰੀ ਅਰਦਾਸ ਸੁਣੋ। ਇੱਕ ਅਰਦਾਸ ਕਰਨ ਆਇਆ, ਪਰ ਅਗਲੀ ਤੁਕ ਚ ਕੁਝ ਮੰਗੀ। ਮਨ ਚ ਤੇ ਆਵੇਗਾ ਨਾ ਵੀ ਜੇ ਅਰਦਾਸ ਕੀਤੀ ਤੇ ਅਰਦਾਸ ਤੇ ਮੰਗ ਹੁੰਦੀ ਨਹੀਂ।
ਇੱਥੇ ਅਰਦਾਸ ਗੁਰਦੇਵ ਨੇ ਸਿਫਤ ਦੇ ਰੂਪ ਵਿੱਚ ਕੀਤੀ। ਹੱਕਾ, ਕਬੀਰ, ਕਰੀਮ ਤੂੰ। ਮਹਾਰਾਜ ਸ਼ਬਦ ਵਰਤਿਆ ਬੇਐਬ ਪਰਵਦਗਾਰ। ਪਹਿਲਾ ਸ਼ਬਦ ਵਰਤਿਆ ਹੱਕਾ, ਅਸਲ 'ਚ ਲਫ਼ਜ਼ ਬਣਿਆ ਹੱਕ ਤੋਂ। ਇਹ ਫਾਰਸੀ ਦਾ ਸ਼ਬਦ ਹੈ ਜੀ। ਹੱਕ ਦਾ ਲਫ਼ਜ਼ੀ ਅਰਥ ਸੱਚ ਹੈ। ਯਾਦ ਰੱਖਿਓ, ਹੱਕ ਦਾ ਲਫ਼ਜ਼ੀ ਅਰਥ ਇਨਸਾਫ ਹੈ, ਤੇ ਤੀਸਰਾ ਹੱਕ ਦਾ ਲਫ਼ਜ਼ੀ ਅਰਥ ਹੈ ਅਪਨਤ। ਇਹ ਥੋੜਾ ਜਿਹਾ ਕਲੀਅਰ ਕਰਨਾ ਪੈਣਾ। ਹੱਕਾ, ਜਿੱਥੇ ਇਨਸਾਫ ਹੈ ਉੱਥੇ ਮਹਾਰਾਜ ਕਹਿੰਦੇ ਵੱਡੀ ਲੈ ਕੇ ਹੱਕ ਗਵਾਏ। ਉੱਥੇ ਆ ਹੱਕ ਦਾ ਅਰਥ ਪਰਮਾਤਮਾ ਨਹੀਂ। ਜਦੋਂ ਅਸੀਂ ਪਾਠ ਕਰਨੇ ਆ ਮਹਾਰਾਜ ਜੀ ਦਾ ਕਿ ਹਜ਼ੂਰ ਨੇ ਫਰਮਾਇਆ ਹੱਕ ਪਰਾਇਆ ਨਾਨਕਾ ਉਹ ਸੂਵਰ ਉਸ ਗਾਏ, ਉੱਥੇ ਹੱਕ ਦਾ ਲਫ਼ਜ਼ੀ ਅਰਥ ਜਿਹੜਾ ਹੈ ਉਹ ਅਸਲ 'ਚ ਇਹ ਹੈ ਕਿਸੇ ਦੇ ਆਪਣਤ ਨੂੰ ਖੋਣਾ, ਕਿਸੇ ਦੀ ਚੀਜ਼ ਨੂੰ ਹੜਪ ਲੈਣਾ। ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਹੱਕਾ। ਹੱਕਾ ਦਾ ਲਫ਼ਜ਼ੀ ਅਰਥ ਹੈ ਤੂੰ ਸੱਚ ਹੈ। ਪਹਿਲਾ ਅੱਖਰੀ ਅਰਥ ਆਪਾਂ ਕਰ ਲਈਏ। ਕਬੀਰ, ਇੱਕ ਭਗਤ ਜੀ ਦਾ ਨਾਮ ਕਬੀਰ ਹੈ, ਪਰ ਬਾਣੀ ਸ਼ਬਦ ਕਬੀਰ ਦਾ ਲਫ਼ਜ਼ੀ ਅਰਥ ਹੈ ਜੀ ਵੱਡਾ। ਹੱਕਾ, ਕਬੀਰ, ਕਰੀਮ। ਕਰੀਮ ਦਾ ਲਫ਼ਜ਼ੀ ਅਰਥ ਹੈ ਜੀ ਬਖਸ਼ਿਸ਼ ਵਾਲਾ। ਨਾਲ ਸ਼ਬਦ ਵਰਤੇ ਨੇ ਮਹਾਰਾਜ ਬੇਐਬ। ਬੇਐਬ ਦਾ ਅਰਥ ਹੈ ਜਿਹਨੂੰ ਕਿਸੇ ਕਿਸਮ ਦਾ ਕੋਈ ਐਬ ਨਹੀਂ, ਕਿਸੇ ਕਿਸਮ ਦਾ ਕੋਈ ਦਾਗ ਨਹੀਂ। ਪਰਵਤਗਾਰ, ਤੇ ਪਰਵਤਗਾਰ ਦਾ ਲਫ਼ਜ਼ੀ ਅਰਥ ਹੈ ਜੀ ਜਿਹੜਾ ਸਭ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਫਿਰ ਬੇਨਤੀ ਸੁਣਿਓ, ਹੱਕਾ, ਕਬੀਰ, ਕਰੀਮ ਤੂੰ, ਬੇਐਬ ਪਰਵਤਗਾਰ। ਸ਼ਬਦ ਹੈ ਹੱਕ। ਹੱਕ ਦਾ ਅਰਥ ਹੈ ਜੀ ਸੱਚ। ਇਹਦਾ ਮਤਲਬ ਕਿ ਉਹ ਪਰਮਾਤਮਾ ਹੀ ਸਦੀਵ ਕਾਰ ਰਹਿਣ ਵਾਲਾ ਉਹ ਸੱਚ ਹੈ। ਬਾਕੀ ਹਰ ਚੀਜ਼ ਜਿਹੜੀ ਉਹ ਝੂਠੀ ਹੈ। ਜਿਹਨੂੰ ਪਰਸੋਂ ਅਸੀਂ ਪੜਿਆ ਸੀ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸਭ ਤੋਂ ਪਹਿਲਾਂ ਵੀ ਸੱਚ ਹੈ, ਸਮੇਂ ਤੋਂ ਪਹਿਲਾਂ ਵੀ ਸੱਚ ਹੈ, ਅੱਜ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਸੱਚ। ਜਿਹਨੂੰ ਬਾਬਾ ਜੀ ਕਹਿੰਦੇ ਨੇ ਖੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਾਰੀ ਰਚਨਾ ਕੀਤੀ ਹੈ ਉਹ ਅੱਜ ਵੀ ਹੈ, ਹੋਵੇਗਾ ਵੀ। ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ, ਉਹਨੇ ਆਉਣਾ ਜਾਣਾ ਨਹੀਂ। ਸਤਿਗੁਰੂ ਪਹਿਲਾ ਸ਼ਬਦ ਵਰਤਦੇ ਹੱਕਾ। ਹੱਕਾ ਦਾ ਮਤਲਬ ਸਦਾ ਰਹਿਣ ਵਾਲਾ, ਜਿਸ ਨੂੰ ਕਦੀ ਨਹੀਂ ਮੌਤ ਆਉਣੀ। ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੂਕੈ ਭੋਗ। ਗੁਣ ਇਹ ਹੋਰ ਨਾ ਕੋਈ, ਉਹਦਾ ਹੋਰ ਕੋਈ ਸਾਨੀ ਹੀ ਨਹੀਂ, ਸਿਰਫ ਉਹ ਸਦੀਵ ਕਾਰ ਰਹਿਣ ਵਾਲਾ ਹੱਕਾ। ਅਗਲਾ ਸ਼ਬਦ ਹੈ ਜੀ ਕਬੀਰ। ਮੈਂ ਬੇਨਤੀ ਕੀਤੀ, ਕਬੀਰ ਦਾ ਲਫ਼ਜ਼ੀ ਅਰਥ ਇੱਕ ਤਾਂ ਭਗਤ ਕਬੀਰ ਜਿਸੀ ਵਰਤਨੇ। ਕਬੀਰ ਦਾ ਅਰਥ ਹੈ ਜਿਹੜਾ ਸਭ ਤੋਂ ਵੱਡਾ ਹੈ, ਉਸ ਤੋਂ ਵੱਡਾ ਕੋਈ ਨਹੀਂ, ਸਭ ਤੋਂ ਉੱਚਾ, ਸਭ ਤੋਂ ਵੱਡਾ। ਉਹਦੇ ਲਈ ਸ਼ਬਦ ਵਰਤਿਆ ਗਿਆ ਕਬੀਰ। ਉਂਝ ਕਬੀਰ ਸਾਹਿਬ ਨੇ ਵੀ ਆਪਣੇ ਸ਼ਲੋਕਾਂ ਵਿੱਚ ਕਬੀਰ ਸ਼ਬਦ ਪਰਮਾਤਮਾ ਲਈ ਵੀ ਵਰਤਿਆ ਹੈ। ਮਹਾਰਾਜ ਦਾ ਇੱਕ ਸ਼ਲੋਕ ਹੁੰਦਾ ਹੈ ਹਜ਼ੂਰ ਦੀ ਬਾਣੀ 'ਚ, ਕਹਿੰਦੇ ਨੇ ਕਬੀਰ ਕਸਤੂਰੀ ਭਇਆ ਭਵਰ ਭੈ ਸ਼ਬਦਾਸ। ਉੱਥੇ ਕਬੀਰ ਦਾ ਲਫ਼ਜ਼ੀ ਅਰਥ ਪਰਮਾਤਮਾ ਹੈ। ਕਹਿੰਦੇ ਨੇ ਪਰਮਾਤਮਾ ਕਸਤੂਰੀ ਦੀ ਤਰ੍ਹਾਂ ਹੈ, ਤੇ ਜਿੰਨੇ ਉਹਦੇ ਦਾਸ ਨੇ, ਬੰਦਗੀ ਕਰਨ ਵਾਲੇ ਨੇ, ਉਹ ਭਵਰਿਆਂ ਦੀ ਤਰ੍ਹਾਂ ਨੇ। ਉੱਥੇ ਉਹਨਾਂ ਨੇ ਸ਼ਬਦ ਕਬੀਰ ਦਾ ਲਫ਼ਜ਼ੀ ਅਰਥ ਪਰਮਾਤਮਾ ਵਰਤਿਆ। ਇੱਥੇ ਕਬੀਰ ਦਾ ਅਰਥ ਹੈ ਵੱਡਾ। ਸੁਣਿਓ ਇਸ ਬੇਨਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੱਡੇ ਦਾ ਅਰਥ ਕੋਈ ਇਹ ਨਹੀਂ ਕਿ ਜਿਵੇਂ ਕੋਈ ਬਿਲਡਿੰਗ ਆਕਾਰ ਕਰਕੇ ਵੱਡੀ ਹੈ ਜਾਂ ਸਰੀਰਕ ਤੌਰ ਤੇ ਕੋਈ ਵੱਡਾ ਹੈ। ਅਸਲ 'ਚ ਵੱਡੇ ਦਾ ਅਰਥ ਹੈ ਕਿ ਉਹ ਸਰਬ ਸ਼ਕਤੀਮਾਨ ਪਰਮਾਤਮਾ, ਹਰ ਤਾਕਤ ਜਿਹਦੇ ਆਪਣੇ ਹੱਥ ਵਿੱਚ ਹੈ। ਫਿਰ ਬੇਨਤੀ ਸੁਣਿਓ, ਇਹਦਾ ਸੰਬੰਧ ਸ਼ਕਤੀ ਨਾਲ ਹੈ, ਤਾਕਤ ਨਾਲ ਹੈ। ਮਹਾਰਾਜ ਨੇ ਬਾਣੀ ਵਿੱਚ ਵੀ ਵੱਡੇ ਸ਼ਬਦ ਜਦੋਂ ਵਰਤਿਆ, ਉਹ ਉੱਥੇ ਜ਼ਿਆਦਾਤਰ ਇਹੀ ਵਰਤਿਆ ਕਿ ਜਿਨ੍ਹਾਂ ਕੋਲ ਤਾਕਤ ਹੈ। ਤੇ ਗੁਰੂ ਸਾਹਿਬ ਮਹਾਰਾਜ ਇੱਥੇ ਕਹਿੰਦੇ ਆ ਕਿ ਪਰਮਾਤਮਾ ਏਡਾ ਵੱਡਾ ਹੈ, ਉਸ ਤੋਂ ਵੱਡੀ ਤਾਕਤ ਕਿਸੇ ਕੋਲ ਹੈ ਹੀ ਨਹੀਂ। ਉਹ ਸਭ ਤੋਂ ਵੱਡਾ। ਜਿਵੇਂ ਬਾਣੀ 'ਚ ਅਸੀਂ ਪਾਠ ਕਰਨੇ ਆ, ਦੌਲਤ ਕਰਕੇ ਕੋਈ ਵੱਡਾ ਹੁੰਦਾ ਹੈ, ਵਿਦਿਆ ਕਰਕੇ ਕਹਿੰਦੇ ਆ ਬੜਾ ਵੱਡਾ ਵਿਦਵਾਨ ਜੇ, ਇਹ ਬੜਾ ਵੱਡਾ ਸਾਇੰਟਿਸਟ ਜੇ, ਇਹ ਬੜਾ ਵੱਡਾ ਬਾਦਸ਼ਾਹ ਜੇ, ਇਹ ਬੜਾ ਵੱਡਾ ਤਾਕਤ ਵਾਲਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਇੱਥੇ ਵੱਡਾ ਸ਼ਬਦ ਦਾ ਅਰਥ ਹੈ ਉਹ ਹਸਤੀ, ਸੱਚ ਐਵੇਂ ਕਿ ਜਿਹਨੂੰ ਸੰਸਾਰ ਭਰ ਦੀ ਕੋਈ ਤਾਕਤ ਚੈਲੰਜ ਨਾ ਕਰ ਸਕੇ। ਉਸ ਤੋਂ ਵੱਡਾ ਕੋਈ ਬਾਦਸ਼ਾਹ ਵੀ ਨਹੀਂ।
ਜਿਹਨੂੰ ਮਹਾਰਾਜ ਨੇ ਬਾਣੀ ਚ ਕਿਹਾ, ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ, ਤਾਂ ਸ਼ਬਦ ਵਰਤਿਆ ਪਰਮਾਤਮਾ ਸਭ ਤੋਂ ਵੱਡਾ ਹੈ। ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਉਪਰ ਨਾ ਹੀ ਕੋਈ ਵੱਡੇ ਦਾ ਅਰਥ ਇਹ ਵੇ। ਕੇਵਲ ਸਟਰਕਚਰ ਕਰਕੇ ਵੱਡਾ ਨਹੀਂ ਅਸੀਂ ਅਰਥ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀ ਤੁਕ, ਉਹ ਪਾਤਸ਼ਾਹ ਜਿਹੜਾ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਇਹਦਾ ਮਤਲਬ ਜਿਹੜਾ ਤਾਕਤ ਕਰਕੇ ਸਭ ਤੋਂ ਵੱਡਾ ਹੈ, ਉਸ ਪਰਮਾਤਮਾ ਦੀ ਤਾਕਤ ਨੂੰ ਕੋਈ ਚੈਲੰਜ ਕਰ ਹੀ ਨਹੀਂ ਸਕਦਾ। ਇਸ ਦੇ ਫਿਰ ਅਰਥ ਮੈਂ ਬੇਨਤੀ ਕਰਾਂਗਾ। ਕਬੀਰ ਦਾ ਅਰਥ ਮੈਂ ਵੱਡਾ ਕਰਕੇ ਅੱਗੇ ਨਿਕਲ ਜਾਣਾ ਸੀ, ਪਰ ਕਿਸ ਚੀਜ਼ ਕਰਕੇ ਵੱਡਾ? ਮਹਾਰਾਜ ਕਹਿੰਦੇ ਨੇ ਜਿਸ ਦੇ ਮੁਕਾਬਲੇ ਹੋਰ ਕੋਈ ਨਹੀਂ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸ਼ੇਰ ਹੈ, ਤੁਸੀਂ ਦੇਖੋ ਉਦਾਹਰਨ ਮਹਾਰਾਜ ਨੇ ਭਾਵੇਂ ਦੁਨਿਆਵੀ ਲਈ ਹੈ, ਪਰ ਇਹ ਅਰਥ ਕਰ ਲਈ ਕਿ ਰੱਬ ਤੋਂ ਵੱਡਾ ਕੋਈ ਨਹੀਂ। ਜ਼ਫਰਨਾਮੇ ਚ ਹੈ, ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਸ਼ੇਰ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ। ਹੁਮਾ ਇੱਕ ਪੰਛੀ ਹੈ ਜੀ, ਇਹਦੇ ਬਾਰੇ ਕਿਹਾ ਜਾਂਦਾ ਇਹਨੂੰ ਕੋਈ ਖਮਾ ਕਹਿੰਦੇ ਆ, ਕੋਈ ਹੁਮਾ ਕਹਿੰਦੇ ਆ। ਕਹਿੰਦੇ ਨੇ ਇਹ ਪੰਛੀ ਜਿਹਦੇ ਸਿਰ ਤੋਂ ਲੰਘ ਜਾਏ ਨਾ, ਉਹ ਬੰਦਾ ਖੁਸ਼ਕਿਸਮਤ ਹੁੰਦਾ ਹੈ, ਜਾਂ ਚੱਕਰਵਰਤੀ ਸਮਰਾਟ ਹੁੰਦਾ ਹੈ, ਜਾਂ ਉਹਦੇ ਸਾਹਮਣੇ ਬਹੁਤ ਵੱਡੀ ਤਾਕਤ ਝੁਕਦੀ ਏ। ਤੇ ਇੱਥੇ ਇੱਕ ਸ਼ਬਦ ਵਰਤਿਆ ਜਾਗੇ, ਜਾਗੇ ਦਾ ਲਫ਼ਜ਼ੀ ਅਰਥ ਹੁੰਦਾ ਕਾਂ। ਮਹਾਰਾਜ ਨੇ ਇੱਕ ਉਦਾਹਰਨ ਦੇਣ ਲਈ ਕਹਿੰਦੇ ਨੇ ਕਿ ਕਿਹਾ ਜਾਂਦਾ ਜਿਹਦੇ ਸਿਰ ਤੋਂ ਖੁਮਾ ਪੰਛੀ ਲੰਘ ਜਾਏ ਉਹ ਖੁਸ਼ਕਿਸਮਤ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਔਰੰਗਜ਼ੇਬ ਤੈਨੂੰ ਹਰ ਬੰਦਾ ਜਦੋਂ ਪੱਤਰਕਾ ਲਿਖਦਾ ਹੈ, ਸ਼ਹਿਨਸ਼ਾਹ ਆਲਮਗੀਰ ਜਹਾਂਪਨਾਹ ਦੋ ਜਹਾਨ ਦਾ ਮਾਲਕ ਲਿਖਦਾ ਹੈ, ਪਰ ਮੇਰੇ ਸਿਰ ਉੱਤੇ ਅਕਾਲ ਪੁਰਖ ਖੁਮਾ ਦਾ ਸਾਇਆ ਹੈ, ਉਹ ਇੰਨਾ ਵੱਡਾ ਤੇਰੇ ਵਰਗੇ ਕਾਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ। ਇਹਦਾ ਮਤਲਬ ਵੱਡੇ ਦੇ ਅਰਥ ਇਹ ਨੇ ਕਿ ਜਿਹੜਾ ਸਭ ਤੋਂ ਵੱਡਾ। ਇੱਕ ਉਹਨਾਂ ਦੇ ਸ਼ੇਰ ਹੋਰ ਹੈ, ਇਹ ਸਿਰ ਵਰਤ ਕਰਨ ਲਈ ਆ ਤਿੰਨ ਜਾਨਵਰ ਭੇਡ, ਬੱਕਰੀ ਤੇ ਹਿਰਨ ਬੜੇ ਕਮਜ਼ੋਰ ਵੀ ਮੰਨੇ ਗਏ। ਮਹਾਰਾਜ ਨੇ ਸ਼ਬਦ ਵਰਤਿਆ ਉੱਥੇ ਵੱਡੇ ਦੀ ਵਿਆਖਿਆ ਕਰ ਲਈ। ਕਹਿੰਦੇ ਨੇ ਜਿਹੜਾ ਬੰਦਾ ਸ਼ੇਰ ਦੀ ਸ਼ਰਨ ਵਿੱਚ ਹੈ, ਉਸ ਦੇ ਸਾਹਮਣੇ ਭੇਡ, ਬੱਕਰੀ ਤੇ ਹਿਰਨ ਕੁਝ ਵੀ ਨਹੀਂ ਉਹਦਾ ਵਿਗਾੜ ਸਕਦੇ। ਔਰੰਗਜ਼ੇਬ ਮੈਂ ਅਕਾਲ ਪੁਰਖ ਵੱਡੇ ਦੀ ਸ਼ੇਰ ਵਿੱਚ ਸ਼ਰਨ ਵਿੱਚ ਹਾਂ, ਤੇਰੇ ਵਰਗੀ ਭੇਡ ਬੱਕਰੀ ਮੇਰਾ ਕੁਝ ਨਹੀਂ ਵਿਗਾੜ ਸਕਦਾ। ਇਸ ਗੱਲ ਨੂੰ ਸਮਝਾਉਣ ਲਈ ਉਹ ਕਿੰਨਾ ਵੱਡਾ ਹੈ। ਮਹਾਰਾਜ ਜੀ ਦੇ ਸ਼ਬਦ ਨੇ, ਹਜ਼ੂਰ ਨੇ ਫਰਮਾਇਆ ਕਿ ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ, ਕਸੇ ਪੁਸ਼ਤ ਉਫਦਤ ਪਸੇ ਸ਼ੇਰੇ ਨਰ। ਸੁਣਿਓ, ਜਿਹੜਾ ਸ਼ੇਰ ਦੀ ਗਾਰ ਵਿੱਚ, ਸ਼ੇਰ ਦੀ ਸ਼ਰਨ ਵਿੱਚ ਖਲੋਤਾ ਹੈ, ਬੂਜ਼ੋ, ਮੇਸ਼ੋ, ਆਹੂ, ਗੁਜ਼ਰ, ਤਿੰਨ ਸ਼ਬਦ ਨੇ। ਜਿਹਦਾ ਸ਼ੇਰ ਕੋਲ ਖਲੋਤਾ ਹੈ, ਭੇਡ, ਬੱਕਰੀ ਤੇ ਹਿਰਨ, ਉਹਦਾ ਕੁਝ ਵੀ ਨਹੀਂ ਵਿਗਾੜ ਸਕਦੇ। ਇੱਥੇ ਕਬੀਰ ਦਾ ਅਰਥ ਸਭ ਤੋਂ ਵੱਡਾ ਹੈ, ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ। ਹੋਰ ਅਰਥ ਸੌਖੇ ਕਰਨ ਲਈ ਕਿ ਜਲ ਤੇ ਥਲ ਕਰ, ਥਲ ਤੇ ਕੂਮਾ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ। ਇਹ ਹੈ ਸਭ ਤੋਂ ਵੱਡੇ ਅਰਥ। ਚੜ੍ਹੈ ਆਕਾਸ਼ ਗਿਰਾਵੇ, ਪੇਖਾਰੀ ਤੇ ਜੋ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਸਭ ਤੋਂ ਵੱਡੇ ਦਾ ਮਤਲਬ ਜਿਹੜਾ ਹਰ ਚੀਜ਼ ਜਿਹਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ ਜੀ। ਮਹਾਰਾਜ ਸ਼ਬਦ ਵਰਤਿਆ ਕਿ ਵਾਹਿਗੁਰੂ ਮੇਰੀ ਗੱਲ ਸੁਣ, ਕੰਨ ਦੇ ਕੇ ਸੁਣ, ਤੂੰ ਸੱਚ ਹੈ। ਕਬੀਰ ਦਾ ਲਫ਼ਜ਼ੀ ਅਰਥ ਅਸੀਂ ਕੀਤਾ ਜੀ, ਤੂੰ ਸਭ ਤੋਂ ਵੱਡਾ ਹੈ। ਤੇ ਕਰੀਮ ਦਾ ਲਫ਼ਜ਼ੀ ਅਰਥ ਹੈ ਤੂੰ ਬਖਸ਼ਿੰਦ ਹੈ। ਬੜਾ ਪਿਆਰਾ ਸ਼ਬਦ ਹੈ ਜੀ। ਕਬੀਰ ਦਾ ਅਰਥ ਵੱਡਾ, ਹੱਕ ਦਾ ਅਰਥ ਸੱਚ। ਕਈ ਵਾਰੀ ਜਿਸ ਬੰਦੇ ਦੇ ਹੱਥ ਵਿੱਚ ਤਾਕਤ ਆ ਜਾਏ ਉਹ ਕਠੋਰ ਹੋ ਜਾਂਦਾ ਹੈ। ਰੱਬ ਇੰਨਾ ਸਮਰੱਥ ਹੈ, ਸਭ ਕੁਝ ਕਰਨ ਦੇ ਬਾਵਜੂਦ ਵੀ ਉਹਦਾ ਇੰਨਾ ਨਰਮ ਦਿਲ, ਉਹ ਬਖਸ਼ਣ ਵਾਲਾ ਹੈ। ਕਰੀਮ ਦਾ ਅਰਥ ਹੈ ਬਖਸ਼ਣ ਵਾਲਾ। ਉਹ ਲੱਖਾਂ ਗੁਨਾਹ ਕੀਤੇ ਵੀ ਬਖਸ਼ ਦਿੰਦਾ ਹੈ। ਉਹ ਇੰਨਾ ਕਿਰਪਾਲੂ ਹੈ। ਮਹਾਰਾਜ ਗੁਰੂ ਸਾਹਿਬ ਨੇ ਬਾਣੀ 'ਚ ਇੱਕ ਬਚਨ ਕੀਤਾ ਹੈ, ਇਹ ਸੁਣਿਓ ਬੇਨਤੀ ਨੂੰ, ਕਿ ਲੇਖਾ ਕਤੈ ਨਾ ਛੂਟੀਐ,
खिन खिन भूलन खार, तू बख्शिंद है। बख्श देने तू लेखा कता न छुटिया, खिन खिन भूलन खार, बख्शनहार बख्श लै नानक पार उतार। गुरु गोबिंद सिंह जी का बचन कर दिया, दीन दयाल दया निध दोखन देखत है। पर कमाल दी गल, हर बंदे दे गुनाह देखदा पिया, मेरे तुहाडे अंदर नूं बिल्कुल पढ़ रहा है, पर इन्ना बख्शिंद है कि गुनाह वेखण दे बावजूद भी बंदे दे मुंह दी रोटी नहीं खोंदा पिया। बंदा बंदे तो खो लेगा, इसके हाथ होए तां सब कुछ नहीं, बंदे दे हाथ विच होवे खोल है। सतगुरु शब्द वरदिया, तू करीम है, तू बख्शिश करन वाला है, तेरे वर्गा बख्शिंद कोई नहीं। श्रीमान भाई गुरदास साहब का एक बचन है, उन्हां दा कवित है जी, सारियां गल्लां परमार्थ नाल जुड़ियां। हर कोई ये शब्द वरतने कि परमात्मा जिहड़ा है, असीं सारे कहने कि जिहड़ा भगती करदा है परमात्मा उन्हां नूं प्यार करदा है। सारी बाणी कहंदी है वो भगत वत्सल है, पर जिन्हें भगती नहीं कीती, भाई साहब कहंदे ओहदे बारे की बनेगा। एक कवित उन्हां दिता इस गल नूं समझाउण लई, वो किन्ना कु बख्शिंद है। कहंदे ने भगती करन वालियां नूं परमात्मा केवल प्यार नहीं करदा, जिथे उन्होंने शब्द दिता गया भगत वचल, भगत वचल का अर्थ है भगती नूं प्यार करन वाला, उथे उहदे लई एक शब्द दिता गया पतत पावन। पतत दा भगती नाल की संबंध जी? पतत दा अर्थ है जीवन तो डिग्गा होया, पतत दा अर्थ है आचरण तो गिरिया होया। महाराज कहंदे ने परमात्मा इन्ना बख्शिंद है, सिर्फ वो भगती नूं ही प्यार नहीं करदा, जिन्हां बंदियां ने पाप कीते ने, रब पापियां दे पाप भी माफ करन वाला है, वो बख्शिंद है। भाई साहब ने दूसरा वचन कहा, कहंदे सी सारे डरने आ कि सच्ची मुच्ची वो अंदर नूं जानदा है, वो अंतरजामी है, पर कहंदे ने अगली गल वो इन्ना बख्शिंद है कि सब कुछ अंदर जानन दे बावजूद भी वो किरपा करके अंदर दे पापां उत्ते फिर भी पर्दे पा दिंदा है। वो बख्शिश दा अर्थ केवल ये नहीं भी पुत्र धी जां दौलत मिली ओदी बख्शिश हो गई। महाराज जिथे शब्द वरदिया वो पार ब्रह्म परमेश्वर वैगुरु सच एवे कि भगती नूं ही प्यार करदा है, पापियां दा भी उद्धार करदा है। वो अंतरजामी बुले भरे सब कुछ जानदा है, पर सब कुछ जानन दे बावजूद पर्दा पा दिंदा है। अगला वचन क्या, जिन्नी मर्जी बारिश हो जाए सिमल दे रुख च कदी रस नहीं भरदा, पर जे किते चंदन नेड़े होवे ते सिमल विच भी सुगंधी आ जांदी है। सारी जिंदगी लंघी तेरे बचन सुनदियां करदियां सिमल दी तरह असर नहीं होया, पर महाराज जे तू चंदन वाली बरकत वरताए ते सिमल विच भी सुगंधी पैदा हो जाती। मेरे कहण तो मुराद कि गुरु नानक साहब कहंदे वड्डा भी है, सच भी है, ते बख्शिंद बड़ा है, बख्श देंदा है। सच एवे महाराज भाई साहब दे बचन ने कि भगत वचल सुन होत हूं निराश हृदय, पतत पावन सुन। जिहड़ा परमात्मा है वो पापियां नूं पवित्र करदा, एक आस बाई है। भगत वचल सुन होत हूं निराश हृदय, पतत पावन सुन आशा और धार हूं, अंतर जामी सुन कंपत हूं अंतरगत, दीन कै दयाल सुन भय परम ढार हूं, जल तर संगम कै अफल सेमल दुरम, चंदन सुगंध सन बंद मैलगार हूं, अपनी करनी कर नरक हूं ना पाऊं ठौर। आ है करीम वो बख्शिंद है, हक्का कबीर करीम तू मेरे कर्म करतूत करके। सच एवे परमात्मा जे कर्मां दे तराजू च तोले ते मेरे कर्म तां सच एवे नरक जोगे भी कोई नहीं, पर तू इन्ना बख्शिंदे नरक वर्गे जीवन वाले नूं बख्श देंदा है। महाराज ने शब्द वरते कि अपनी करनी कर नरक हूं ना पाऊं ठौर, तुमरो बिरद कर आसरो समार हूं। बेनती जी मेरी वैगुरु अरदास सुन, तू सच है, तू सब तो वड्डा है, तू बख्शिश करन वाला है, तू रहमतां वरतान वाला है। भाई साहब हुणे शब्द अज मेरा पढ़ रहे सन कि जेता समुंद सागर नीर भरिया, ये करीम है बख्शिश है। जेता समुंद सागर नीर भरिया, तेते औगण हमारे दया करो, किछ मेर उपावो डुबदे पत्थर तारे। हमरी गणत न गणिया काई,
ਆਪਣਾ ਬਿਰਦ ਪਛਾਣ। ਬਿਰਦ ਦਾ ਅਰਥ ਹੈ ਸੁਭਾਅ, ਸੁਭਾਅ ਦਾ ਮਤਲਬ ਹੈ ਕਰੀਮ। ਤੇਰੇ ਵਰਗਾ ਬਖਸ਼ਿੰਦ ਕੋਈ ਨਹੀਂ, ਤੂੰ ਵੱਡਾ ਹੈ, ਸੱਚ ਹੈ ਤੇ ਸਭ ਨੂੰ ਬਖਸ਼ਣ ਵਾਲਾ ਹੈ। ਇੱਕ ਵਾਰ ਇੱਥੇ ਮੈਂ ਅਰਜ਼ ਕੀਤੀ ਸੀ, ਭਾਈ ਸੱਤਾ ਬਲਵੰਡ ਜੀ ਨੇ ਗਲਤੀ ਕੀਤੀ, ਗੁਨਾਹ ਕੀਤਾ, ਕੋਈ ਸ਼ੱਕ ਨਹੀਂ। ਪਰ ਜਦੋਂ ਭਾਈ ਲੱਦਾ ਜੀ ਮਹਾਰਾਜ ਜੀ ਦੇ ਸਨਮੁਖ ਲੈ ਕੇ ਗਏ, ਉਹ ਉਸ ਸਾਖੀ ਚ ਡਿਟੇਲ ਚ ਨਹੀਂ, ਕਹਿੰਦੇ ਨੇ ਗੁਰੂ ਅਰਜੁਨ ਦੇਵ ਜੀ ਨੇ ਦੇਖਿਆ ਤੇ ਭਾਈ ਲੱਦਾ ਸਾਹਿਬ ਜੀ ਨੂੰ ਇਹ ਸ਼ਬਦ ਕਹੇ ਸਨ, ਤੁਹਾਨੂੰ ਪਤਾ ਨਹੀਂ ਕਿ ਇਸ ਬੰਦੇ ਨੇ ਕਿੰਨਾ ਬੱਜਰ ਗੁਨਾਹ ਕੀ ਇਹਨਾਂ ਨੇ ਗਲਤੀ ਕੀਤੀ। ਭਾਈ ਸਾਹਿਬ ਦੇ ਜਿਹੜੇ ਸ਼ਬਦ ਸਨ ਲੱਦਾ ਜੀ ਦੇ ਸੁਣਨ ਵਾਲੇ ਸਨ, ਦੋ ਤੋਂ ਨਾ ਗੱਲਾਂ ਕਹੀਆਂ। ਮਹਾਰਾਜ ਨੇ ਪੁੱਛਿਆ ਤੂੰ ਕਿਵੇਂ ਆਇਆ? ਇਹਦਾ ਉੱਤਰ ਦਿੱਤਾ, ਦਾਤਾ ਤੇਰੇ ਦਰ ਤੋਂ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਪਹਿਲਾ ਸ਼ਬਦ ਇਹ ਕਿਹਾ, ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਤੇ ਦੂਸਰਾ ਸ਼ਬਦ, ਹੇ ਦਾਤਾਰ ਤੂੰ ਇਹਨਾਂ ਦੇ ਗੁਨਾਹ ਨਾ ਦੇਖ, ਤੂੰ ਆਪਣੀ ਰਹਿਮਤ ਕਰਨ ਵਾਲੇ ਸੁਭਾਅ ਨੂੰ ਦੇਖ, ਇਹਨਾਂ ਦੇ ਗੁਨਾਹ ਨਾ ਦੇਖ, ਕਿਉਂਕਿ ਪਰਮਾਤਮਾ ਬਿਲਕੁਲ ਬਖਸ਼ਿੰਦ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿਹੜੇ ਅੱਜ ਪਹਿਲੀ ਤੋਕ ਚ ਕੁਝ ਮੰਗਿਆ ਨਹੀਂ, ਸਿਰਫ ਪਰਮਾਤਮਾ ਦੀ ਸਿਫਤ ਕੀਤੀ। ਤੂੰ ਸੱਚ ਹੈ, ਤੂੰ ਵੱਡਾ ਹੈ, ਤੂੰ ਕਰੀਮ ਹੈ, ਬਖਸ਼ਿਸ਼ ਕਰਨ ਵਾਲਾ ਹੈ। ਹੱਕਾ ਕਬੀਰ ਕਰੀਮ ਤੂੰ। ਅੱਗੇ ਮਹਾਰਾਜ ਕਹਿੰਦੇ ਨੇ ਬੇਐਬ। ਐਬ ਦਾ ਲਫ਼ਜ਼ੀ ਅਰਥ ਹੁੰਦਾ ਗੁਨਾਹ। ਇੱਥੇ ਮਹਾਰਾਜ ਨੇ ਅੱਗੇ ਸ਼ਬਦ ਵਰਤਿਆ ਬੇਐਬ। ਬੇਐਬ ਦਾ ਅਰਥ ਹੈ ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਗੁਨਾਹ ਹੈ ਹੀ ਨਹੀਂ, ਕੋਈ ਐਬ ਨਹੀਂ ਉਹਨੂੰ, ਜਿਹਨੂੰ ਮਹਾਰਾਜ ਜਾਪ ਸਾਹਿਬ ਜੀ ਕਹਿੰਦੇ ਆ ਕਿ ਪਾਕ ਬੇਐਬ ਹੈ। ਪਾਕ ਦਾ ਲਫ਼ਜ਼ੀ ਅਰਥ ਹੈ ਪਵਿੱਤਰ। ਬੇਐਬ ਦਾ ਅਰਥ ਹੈ ਜਿਸ ਨੂੰ ਕੋਈ ਵੀ ਕਲੰਕ ਨਹੀਂ। हे ਪਾਰ ਬ੍ਰਹਮ ਪਰਮੇਸ਼ਵਰ ਤੈਨੂੰ ਨਮਸਕਾਰ ਕਰਨਾ, ਕਿਉਂਕਿ ਤੇਰੇ ਅੰਦਰ ਕਿਸੇ ਕਿਸਮ ਦਾ ਕੋਈ ਵੀ ਨੁਕਸ ਨਹੀਂ। ਤੂੰ ਸੰਪੰਨ ਹੈ, ਸਰਵੱਗ ਹੈ, ਤੂੰ ਸਰਬ ਕਲਾ ਸਮਰੱਥ ਹੈ। ਕੋਈ ਕਿਸੇ ਕਿਸਮ ਦਾ ਤੇਰੇ ਅੰਦਰ ਨੁਕਸ, ਕੋਈ ਦਾਗ ਕੱਢ ਕੇ ਕਹੇ। ਇਹੀ ਕਾਰਨ ਜਿੰਨੇ ਮਰਜੀ ਤੁਸੀਂ ਦੇਵਤੇ ਦੀ ਪੂਜਾ ਕਰੋ, ਕਿਸੇ ਦੀ ਗੱਲ ਕਰੋ, ਕਿਤੇ ਨਾ ਕਿਤੇ ਨੁਕਸ ਜ਼ਰੂਰ ਮਿਲੇਗਾ। ਜਿਵੇਂ ਤੁਸੀਂ ਇੱਕ ਪਾਠ ਕਰਦੇ ਹੋ ਮਹਾਰਾਜ ਦੀ ਬਾਣੀ ਦਾ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਈ ਗਵਾਈ ਥੀ। ਅਸੀਂ ਪੜ੍ਹਨੇ ਪਾਂਡੇ ਤੁਮਰਾ ਮਹ ਦਿਓ ਦੌਲੇ ਬੜ ਚੜਿਆ ਆਵ ਦੇਖਿਆ ਥਾ, ਲੋਦੀ ਕੇ ਮੋਦੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ। ਚੰਦਰਮਾ ਦੀ ਕੋਈ ਸਿਫਤ ਕਰਦਾ ਤੇ ਅਗਲੇ ਕਹਿੰਦੇ ਨੂੰ ਪਰਨਾ ਵੱਜੈ ਕਲੰਕਤ ਕਹਿ, ਪੁਰਾਣ ਕਥਾ ਮੁਤਾਬਕ। ਪਰ ਸੱਚ ਇਹ ਵੇ ਪਾਰ ਬ੍ਰਹਮ ਪਰਮੇਸ਼ਵਰ, ਉਸ ਵਿੱਚ ਕੋਈ ਦਾਗ ਨਹੀਂ। ਕੋਈ ਨਹੀਂ ਕਹਿ ਸਕਦਾ ਪਰਮਾਤਮਾ ਵਿੱਚ ਇਹ ਨੁਕਸ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਸਭ ਤੋਂ ਵੱਡਾ ਹੈ, ਤੂੰ ਸੱਚ ਹੈ, ਤੂੰ ਵੱਡਾ ਹੈ, ਤੂੰ ਬਖਸ਼ਿੰਦ ਹੈ, ਬੇਐਬ ਹੈ, ਤੈਨੂੰ ਕੋਈ ਵੀ ਐਬ ਨਹੀਂ। ਤੇ ਅਗਲਾ ਸ਼ਬਦ ਵਰਤਿਆ ਪਰਵਦਗਾਰ। ਪਰਵਦਗਾਰ ਦਾ ਅਰਥ ਹੈ ਪਰਵਰਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ। ਜੇ ਤੂੰ ਸੱਚ, ਵੱਡਾ, ਬਖਸ਼ਿੰਦ ਹੈ, ਉੱਥੇ ਪਾਰ ਬ੍ਰਹਮ ਪਰਮੇਸ਼ਵਰ ਤੇਰੇ ਵਰਗਾ ਪ੍ਰਤਪਾਲਨਾ ਕਰਨ ਵਾਲਾ ਹੀ ਕੋਈ ਨਹੀਂ। ਇਸ ਬੇਨਤੀ ਨੂੰ ਜ਼ਰੂਰ ਸੁਣ ਕੇ ਸੰਕੋਚਾਂਗਾ ਵਿਚਾਰ ਨੂੰ, ਭਾਵਾਂ ਕਿ ਇੱਕ ਜਿਹੜਾ ਸ਼ਬਦ ਹੈ ਨਾ ਜੀ, ਇਹ ਮਹਾਰਾਜ ਨੇ ਪਰਮਾਤਮਾ ਦੀ ਸਿਫਤ ਕੀਤੀ ਹੈ। ਹੱਕਾ ਕਬੀਰ ਕਰੀਮ, ਜਿਵੇਂ ਕੱਲ ਹੁਕਮ ਆਇਆ ਸ਼ਾਮ ਨੂੰ, तुम दाते ठाकुर प्रतिपालक नायक खसम हमारे, ये सारी सिफत सी कि तू साडा दाता है, तू साडी प्रतिपालना करने वाला है, तू साडा स्वामी है, असी तेरे बच्चे हां। उस तुक भी सारी सिफत सी। इस विच भी गुरुदेव ने सिफत कीती है, क्योंकि जिन्नी परमात्मा दी कोई सिफत करदा है, अंतर आत्मे भेज के ओदे गुणां नूं गैन करदा है, ਉਹਦੇ ਜਿੰਨੇ ਗੁਣ ਗਾਉਂਦਾ ਉਹ ਗੁਣ ਉਸ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਆ ਜਿਹੜਾ ਉਹਨੂੰ ਵੱਡਾ ਵੱਡਾ ਕਹਿ ਕੇ ਪੁਕਾਰਦਾ ਹੈ। ਇੱਥੇ ਇੱਕ ਹੋਰ ਬੇਨਤੀ ਕਰਦੇ ਆ, ਪਰਮਾਤਮਾ ਨੂੰ ਤੇ ਵੱਡਾ ਕਿਹਾ ਹੀ, ਤੇ ਆਸਾ ਕੀ ਵਾਰ ਚ ਇੱਕ ਬਚਨ ਹੁੰਦਾ ਹੈ ਕਿ ਉਹਦੀ ਵਡਿਆਈ ਇੱਕ ਇਹ ਵੀ ਵੱਡੀ ਹੈ ਕਿ ਜਿਹੜਾ ਉਹਦਾ ਨਾਮ ਲੈ ਕੇ ਵਡਿਆਈ ਕਰਦਾ, ਵਡਿਆਈ ਵੱਡੇ ਤੋਂ ਵੱਡਾ ਨਾਮ ਹੈ। ਵੱਡੀ ਵਡਿਆਈ ਜਾਂ ਵੱਡਾ ਨਾਮ ਆ ਉਹਦੇ ਨਾਮ ਦੀ ਸਿਫਤ ਹੈ, ਜਿਹਨੂੰ ਆਪ ਜੀ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ
ਉੱਚਾ ਨੋ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹ ਸਾਰੀਆਂ ਉਹਦੀਆਂ ਸਿਫਤਾਂ ਨੇ ਜੀ। ਤੂੰ ਸੱਚ ਹੈ, ਤੂੰ ਵੱਡਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੈਨੂੰ ਕੋਈ ਕਿਸੇ ਕਿਸਮ ਦਾ ਐਬ ਨਹੀਂ। ਪਰਵਦਗਾਰ, ਤੂੰ ਸਭ ਨੂੰ ਰਿਜ਼ਕ ਦੇਣ ਵਾਲਾ ਹੈ। ਇੱਥੇ ਰਿਜ਼ਕ ਦੇ ਅਰਥ ਕੇਵਲ ਇਨਸਾਨੀ ਰਿਜ਼ਕ ਲਈ ਨਹੀਂ। ਜੇ ਅਸੀਂ ਅਰਥ ਕਰਾਂਗੇ ਜੀ ਸਾਰੇ ਮਨੁੱਖਾਂ ਨੂੰ ਰੋਜ਼ੀ ਦੇਣ ਵਾਲਾ ਹੈ, ਤੇ ਇਹ ਫਿਰ ਨੁਕਸ ਨਿਕਲ ਜਾਏਗਾ। ਇਹਦਾ ਮਤਲਬ ਬਾਕੀ ਜੀਵਾਂ ਨੂੰ ਰੋਜ਼ੀ ਕੌਣ ਦਿੰਦਾ ਹੈ? ਮਹਾਰਾਜ ਨੇ ਸ਼ਬਦ ਵਰਤਿਆ ਬਾਣੀ 'ਚ। ਸੁਣਿਓ ਇਸ ਬੇਨਤੀ ਨੂੰ ਕਿ ਭਗਤ ਧੰਨਾ ਜੀ ਦਾ ਸ਼ਬਦ ਹੈ ਜੀ ਰੋਜ਼ੀ ਬਾਰੇ, ਪਰਵਦਗਾਰ ਬਾਰੇ, ਪ੍ਰਤਪਾਲਨਾ ਕਰਨ ਬਾਰੇ। ਉਸ ਵਿੱਚ ਭਗਤ ਧੰਨਾ ਜੀ ਨੇ ਸਮਝਾਇਆ ਮਨੁੱਖੀ ਮਨ ਨੂੰ ਵੀ, ਤੇ ਰਿਜ਼ਕ ਦੀਆਂ ਉਦਾਹਰਨਾਂ ਉਹਨਾਂ ਨੇ ਉਹ ਦਿੱਤੀਆਂ। ਉਹਦੇ ਵਿੱਚ ਦੋ ਟੇਢੀਆਂ ਮੇਢੀਆਂ ਜੂਨਾਂ। ਪਹਿਲੀ ਗੱਲ ਤਾਂ ਕਈ ਇਨਸਾਨ ਉਹ ਪਰਵਦਗਾਰ ਮਾਤਾ ਦੇ ਉਦਰ ਵਿੱਚ ਰੋਜ਼ੀ ਦਿੰਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟੀ ਕੇ ਪਟ ਬੀਜ ਪਚਾਵੇ। ਭਗਤ ਜੀ ਕਹਿੰਦੇ ਨੇ ਪਹਿਲੀ ਗੱਲ ਮਾਂ ਦੇ ਉਦਰ ਚ ਰੋਜ਼ੀ ਦਿੰਦਾ ਹੈ। ਫਿਰ ਉਹਨਾਂ ਸ਼ਬਦ ਵਰਤਿਆ ਕਿ ਚਲੋ ਮਨੁੱਖੀ ਮਾਂ ਤਾਂ ਕੋਈ ਖੁਰਾਕ ਲੈਂਦੀ ਹੈ, ਬੱਚੇ ਤੱਕ ਪਹੁੰਚਦੀ ਹੈ, ਪਰ ਕੱਛੂ ਕੁੰਮੀ ਕਦੀ ਵੀ ਆਪਣੇ ਦਿੱਤੇ ਹੋਏ ਆਂਡੇ ਉੱਤੇ ਬੈਠਦੀ ਨਹੀਂ। ਬਾਕੀ ਪੰਛੀ ਬੈਠਦੇ ਆ, ਸਪਣੀ ਬੈਠਦੀ ਏ, ਪਰ ਉਹ ਤਾਂ ਆਂਡਾ ਕਿਤੇ ਦਿੱਤਾ ਹੈ, ਤੇ ਆਪ ਕੱਛੂ ਕੁੰਮੀ ਪਾਣੀ ਵਿੱਚ ਖਏ ਸਿਰਫ ਧਿਆਨ ਟਿਕਾਉਂਦੀ ਏ, ਤੇ ਕੱਛੂ ਕੁੰਮੀ ਦੇ ਧਿਆਨ ਨਾਲ ਉਸ ਦੇ ਬੱਚੇ ਨੂੰ ਆਂਡੇ ਵਿੱਚ ਸ਼ਕਤੀ ਮਿਲਦੀ, એનર્ਜੀ ਮਿਲਦੀ, ਤਾਕਤ ਮਿਲਦੀ ਹੈ। ਮਹਾਰਾਜ ਕਹਿੰਦੇ ਨੇ ਇਹ ਕੱਛੂ ਕੁੰਮੀ ਰਾਹੀਂ ਜਿਹੜੀ ਤਾਕਤ ਦਿੰਦਾ ਪਿਆ, ਪਰਵਦਗਾਰ ਹੀ ਦਿੰਦਾ ਪਿਆ। ਤੀਸਰਾ ਬਚਨ ਕੀਤਾ ਕਿ ਪੱਥਰ ਦਾ ਕੀੜਾ ਜਿਸ ਵਿੱਚ ਕੋਈ ਰਸਤਾ ਨਹੀਂ ਅੰਦਰ ਜਾਣ ਦਾ, ਤੇ ਪੱਥਰ ਦੇ ਕੀੜੇ ਨੂੰ ਜਿੱਤੇ ਹਵਾ ਵੀ ਨਹੀਂ ਜਾਂਦੀ ਪਈ, ਪਰਮਾਤਮਾ ਰਿਜ਼ਕ ਦਿੰਦਾ ਹੈ। ਇਦੋਂ ਵੱਡਾ ਪਰਵਦਗਾਰ ਕੌਣ ਹੈ? ਭਗਤ ਜੀ ਦਾ ਬਚਨ ਹੈ ਰੇ ਚਿਤ ਚੇਤਕ ਕੀ ਤੇਤਸ ਕੀਨੀ ਦਇਆਲ ਦਮੋਦਰ ਬਿਬੈ ਨ ਜਾਣਸ ਕੋਈ, ਜੇ ਧਾਮੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜਨਨੀ केरे उदर उदक में पिंड किया 10 द्वारा, दे आहार अग्न में राखै ऐसा खसम हमारा। कुम्मी जल में तन तिस बाहर, कच्छू कुम्मी पानी च आंडे ओदे बाहर पए आ। पंख खीर तिन नाही, ना उन्हां दे खंभ ने ना उन्हां नूं कोई दुध देण वाला है। पंख खीर ते नाही, पूर्ण परमानंद मनोहर समझ देख मन माही। पाखन कीट गुप्त होए रहता, तांचो मार्ग नाही, कह धन्ना पूर्ण ताहू को मत रे जी डराही। परमात्मा पत्थर दे कीड़े नूं भी रिज़क दिंदा पिया है। कहण तो मुराद कि धन गुरु नानक साहिब महाराज जी ने इस शब्द की आरंभता विच सब तो पहला अकाल पुरख वाहिगुरू जी की सिफत की है। अरदास शब्द वरत्या कि परमात्मा कन दे के मेरी बेनती सुन, कन दे के मेरी अरदास सुन। पर उस अरदास विच मंगिया कुछ नहीं, उस अरदास विच केवल परमात्मा की सिफत की है। फिर लफ्ज दोहरा देना मैं कि यक अर्ज गुफ्तम पेश तो दर गोश कुन करतार, क्योंकि कल अगली तुक ते आपां पहुंचना है। फिर रिपीट कर लगा अर्थ। यक दा अर्थ एक, अर्ज दा अर्थ बेनती। शब्द है गुफ्तम, मैं अर्थ कर चुका। गुप्तम दा अर्थ है मैं आखी, ਇਹਦਾ ਮਤਲਬ ਮੈਂ ਇੱਕ ਬੇਨਤੀ ਆਖੀ। ਪੇਸ਼ ਤੋਂ, ਪੇਸ਼ ਦਾ ਮੈਂ ਕੱਲ ਵੀ ਅਰਥ ਕੀਤਾ ਸੀ ਸਾਹਮਣੇ। ਤੋਂ ਦਾ ਅਰਥ ਹੈ ਤੇਰਾ। ਇੱਕ ਬੇਨਤੀ ਮੈਂ ਤੇਰੇ ਸਾਹਮਣੇ ਆਖੀ। ਮਹਾਰਾਜ ਕਹਿੰਦੇ ਦਰ, ਦਰ ਦਾ ਅਰਥ ਹੈ ਵਿੱਚ, ਗੋਸ਼ ਦਾ ਅਰਥ ਹੈ ਕੰਨ, ਤੇ ਕੁੰਨ ਦਾ ਅਰਥ ਹੈ ਧਿਆਨ, ਸੁਣਨਾ। हे परमात्मा मैं एक बेनती तेरे सन्मुख आखी, दर गोश कुन करतार। हे करतार परमात्मा रब जी तुसी कन दे के मेरी इस बेनती नूं सुनो। फिर शब्द वरत्या हक्का, तू सच है, हर चीज बिनसेगी पर तू कदी बिनसना नहीं। मैं तेरी सिफत विच बेनती कर लगा परमात्मा। कबीर तू सब तो वड्डा है, तेरे तो वड्डा कोई नहीं। जितने मर्जी बादशाह शक्तिशाली, जिन्ने मर्जी लोग धरती ते होण, पर रब तो वड्डा कोई नहीं। महाराज ने क्या धरती ऊपर कोटगढ़ केती गई बजाए, जो आसमान ना मामनी तिन नक नथा पाए।
ਜਿਹੜੇ ਅਸਮਾਨ ਤੱਕ ਫੁੱਲੇ ਨਹੀਂ ਸਮਾਂਦੇ, ਤੂੰ ਏਡਾ ਵੱਡਾ ਨਕੇਲ ਪਾ ਕੇ ਖਿਨ ਧਰਤੀ ਤੇ ਸੜ ਸਕਦਾ। ਮਹਾਰਾਜ ਤਾਂ ਇੱਕ ਸਵਈਆ ਜਿਹੜਾ ਵੀਰ ਅਪਾਰ ਵੱਡੇ ਬਰਿਆਰ, ਇਹ ਵੱਡਿਆਂ ਦਾ ਜਿਹੜੇ ਕੋਲ ਤਾਕਤ ਬੜੀ। ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋਰਨ ਹਾਰ, ਸੋ ਬਾਤਨੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਉਦੋਂ ਵੱਡਾ ਕੋਈ ਮਾਲਕ ਹੈ ਹੀ ਨਹੀਂ। ਮਹਾਰਾਜ ਕਹਿੰਦੇ ਜਾਚਕ ਅਨੇਕ ਸੋ ਏਕ ਦਵਈਆ, ਇੰਨੇ ਸ਼ਕਤੀਸ਼ਾਲੀ ਬੰਦੇ ਉਹਦੇ ਦਰ ਤੇ ਝੋਲੀ ਅੱਡ ਕੇ ਮੰਗਦੇ ਪਏ। ਮੈਂ ਬੇਨਤੀ ਕਰਾਂ, ਹੱਕਾ ਕਬੀਰ ਕਰੀਮ ਦੇ ਅਰਥ ਅਸੀਂ ਕੀਤੇ ਨੇ ਬਖਸ਼ਿਸ਼ ਕਰਨ ਵਾਲਾ, ਤਰਸ ਕਰਨ ਵਾਲਾ, ਸੱਚੀ ਮੁੱਚੀ ਬੜਾ ਕੋਮਲ ਹੈ, ਉਹ ਬਖਸ਼ ਦਿੰਦਾ ਹੈ। ਮਹਾਰਾਜ ਕਹਿੰਦੇ ਬੇਐਬ, ਤੈਨੂੰ ਕਿਸੇ ਕਿਸਮ ਦਾ ਕੋਈ ਐਬ ਨਹੀਂ, ਕੋਈ ਨਸ਼ਾ ਨਹੀਂ, ਕੋਈ ਕਿਸੇ ਕਿਸਮ ਦਾ ਐਬ ਨਹੀਂ। ਪਰਵਦਗਾਰ ਸਭ ਨੂੰ ਰੋਜ਼ੀ ਦੇਣ ਵਾਲਾ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਜਿਹਨੂੰ ਬਾਣੀ ਚ ਮਹਾਰਾਜ ਜੀ ਨੇ ਕਿਹਾ ਕਿ ਪਰੰਦੈ ਨਾ ਗਿਰਾਹ ਜ਼ਰ, ਦਰਖਤ ਆਬ ਆਸ ਕਰ, ਰੁੱਖ ਤੇ ਬੈਠਾ ਪੰਛੀ, ਆਲਣਾ ਬਣਾ ਕੇ ਬੈਠਾ ਤਿਣਕਿਆਂ ਦਾ, ਤੇ ਪਾਰ ਬ੍ਰਹਮ ਪਰਮੇਸ਼ਵਰ ਉਸ ਆਲਣੇ ਚ ਬੈਠਾ ਪੰਛੀ, ਉਹਦੇ ਕੋਲ ਨਾ ਰਿਜ਼ਕ, ਨਾ ਉਹਦੇ ਆਲਣੇ ਵਿੱਚ ਅੰਨ ਪੈਸਾ, ਕੁਝ ਵੀ ਨਹੀਂ। ਪਰਮਾਤਮਾ ਉਸ ਪੰਛੀ ਨੂੰ ਵੀ ਰੋਜ਼ੀ ਦਿੰਦਾ। ਇਦੋਂ ਵੱਡਾ ਪਰਵਦਗਾਰ ਕੌਣ ਹੈ? ਪਰੰਦਾ ਨਾ ਗ੍ਰਹ ਜ਼ਰ, ਦਰਖਤ ਆਬ ਆਸ ਕਰ। ਮਹਾਰਾਜ ਕਹਿੰਦੇ ਆ ਦਿਹੰਦ ਸੂਈ ਉਹੀ ਦਿੰਦਾ ਹੈ, ਏਕ ਤੂੰ ਹੀ, ਏਕ ਤੂੰ ਹੀ। ਸਤਿਗੁਰੂ ਨੇ ਪਹਿਲੀ ਤੁਕ ਵਿੱਚ ਨਰੋਲ ਪਰਮਾਤਮਾ ਦੇ ਗੁਣ, ਉਹਦੀਆਂ ਸਿਫਤਾਂ ਕੀਤੀਆਂ। ਅਗਲੀਆਂ ਕੱਲ ਨੂੰ ਜਿਹੜੀਆਂ ਤੁਕਾਂ ਹੋਣਗੀਆਂ, ਉਹ ਇਹ ਨੇ ਦੁਨੀਆ ਮੁਕਾਮੇ ਫਾਨੀ। ਜਿਸ ਦੁਨੀਆ 'ਚ ਅਸੀਂ ਟਿਕੇ ਹੋਇਆ ਟਿਕਾਣੇ 'ਚ, ਫਾਨੀ ਦਾ ਅਰਥ ਇਹਨੇ ਨਸ਼ਟ ਹੋ ਜਾਣਾ, ਇਹ ਜ਼ਰੂਰ ਖਤਮ ਹੋਵੇਗਾ। ਤਹਿਕੀਕ ਦਿਲਦਾਨੀ, ਇਹ ਦਿਲਾ ਤਹਿਕੀਕਾਤ ਕਰ ਲੈ, ਚੰਗੀ ਤਰ੍ਹਾਂ ਪੜਚੋਲ ਕਰ ਲੈ, ਪੁੰਨ ਛਾਣ ਕਰ ਲੈ। ਜਿਸ ਦੁਨੀਆ 'ਚ ਆਪਾਂ ਜਿਉਂਦੇ ਪਏ ਖਤਮ ਹੋਵੇਗੀ। ਅਗਲਾ ਮਹਾਰਾਜ ਬਚਨ ਕਰਦੇ ਆ, ਮਮ ਸਰ ਮੁਵੇ ਅਜ਼ਰਾਈਲ ਗਿਰਫਤੈ। ਮਮ ਦਾ ਅਰਥ ਮੇਰੇ, ਸਰ ਦਾ ਅਰਥ ਕਰਾਂਗੇ ਸਿਰ, ਤੇ ਮੂਵੇ ਲਫ਼ਜ਼ ਫਾਰਸੀ ਵਿੱਚ ਅਸੀਂ ਪੰਜਾਬੀ 'ਚ ਕਹਿੰਦੇ ਆ ਨਾ, ਇਹ ਜਾਂ ਬਾਣੀ ਸੰਤ ਮੂਵੇ ਕਿਆ ਰੋਈ ਹੈ, ਇਹ ਉਹ ਮੂਵੇ ਨਹੀਂ। ਇੱਥੇ ਮੂਵੇ ਦਾ ਲਫ਼ਜ਼ੀ ਅਰਥ ਹੈ ਕੇਸ, ਵਾਲ। ਅਜ਼ਰਾਈਲ ਦਾ ਅਰਥ ਹੁੰਦਾ ਹੈ ਮੌਤ ਦਾ ਫਰਿਸ਼ਤਾ। ਇਹ ਸੰਸਾਰ ਬਿਨਸਨਖਾਰ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਸਿਰ ਦੇ ਵਾਲਾਂ ਨੂੰ, ਮੇਰੇ ਸਿਰ ਦੇ ਜੂੜੇ ਨੂੰ ਮੌਤ ਨੇ ਘੁੱਟ ਕੇ ਪਕੜਿਆ। ਦਿਲ ਖੇਚ ਨਾ ਦਾਨੀ, ਪਰ ਇਸ ਦਿਲ ਨੂੰ ਅਜੇ ਵੀ ਸਮਝ ਨਹੀਂ ਪੈਂਦੀ ਪਈ ਕਿ ਮੌਤ ਕਿੰਨੀ ਕੁ ਸਾਡੇ ਨੇੜੇ ਹੈ। ਇਸ ਤੋਂ ਅੱਗੇ ਜਿਹੜਾ ਪ੍ਰਕਰਨ ਚੱਲੇਗਾ ਉਹ ਮੌਤ ਨਾਲ ਸੰਬੰਧਿਤ ਹੈ, ਰਿਸ਼ਤਿਆਂ ਨਾਲ ਸੰਬੰਧਿਤ ਹੈ, ਬੰਦਾ ਕਿਵੇਂ ਜ਼ਿੰਦਗੀ ਬਤੀਤ ਕਰਦਾ ਉਹਦੇ ਨਾਲ ਸੰਬੰਧਿਤ ਹੈ। ਅਖੀਰਲੇ ਫਿਰ ਗੁਰੂ ਨਾਨਕ ਸਾਹਿਬ ਤਰਲਾ ਲੈਂਦੇ ਆ, ਰੱਬ ਜੀ ਤੇਰੇ ਤੋਂ ਵੱਡਾ ਬਖਸ਼ਿੰਦ ਕੋਈ ਨਹੀਂ, ਮੇਰੇ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ। ਤੂੰ ਆਪਣੇ ਚਰਨਾਂ ਦੀ, ਆਪਣੇ ਸੇਵਕਾਂ ਦੇ ਚਰਨਾਂ ਦੀ ਧੂੜ ਬਖਸ਼ ਦੇ। ਇੰਨੀਆਂ ਕੁ ਬੇਨਤੀਆਂ ਇਸ ਸਾਧ ਸੰਗਤ ਜੀ ਸਵੀਕਾਰ ਕਰਨੀਆਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।